ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਣੀਆਂ ਪਈਆਂ, ਜਲੰਧਰ 'ਚ ਵੀ ਪਈਆਂ, ਆਲੇ ਦੁਆਲੇ ਦੇ ਕਈ ਹੋਰ ਖੇਤਰਾਂ ਦੇ ਵਿੱਚ ਵੀ। ਮੀਂਹ ਪੈਣ ਦੇ ਕਰਕੇ ਕਿਸਾਨੀ ਇਸ ਵਕਤ ਹੋਰ ਚੰਬੀ ਜਾ ਸਕਦੀ ਹੈ ਜੇਕਰ ਹੋਰ ਮੀਂਹ ਪੈ ਜਾਂਦਾ ਤਾਂ। ਵੈਸੇ ਵੀ ਕਿਸਾਨੀ ਇਸ ਵਕਤ ਕਈ ਤਰ੍ਹਾਂ ਦੇ ਸੰਕਟ ਨਾਲ ਜੂਝ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈਗੀ ਆ ਖੰਨੇ ਦੀ ਮੰਡੀ ਦੇ ਵਿੱਚ ਜਿਸ ਤਰੀਕੇ ਦੇ ਨਾਲ 1.5 ਲੱਖ ਕੁਇੰਟਲ ਜਿਹੜਾ ਉਹ ਝੋਨਾ ਆ ਗਿਆ ਤੇ ਪਹਿਲੀ ਤਰੀਕ ਤੋਂ ਸਰਕਾਰ ਨੇ ਕਿਹਾ ਸੀ ਵੀ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਣਾ, ਪਰ ਹੁਣ 10 ਦਿਨ ਅੱਗੇ ਪਾਤੇ ਆ ਤੇ ਕਹਿੰਦੇ ਵੀ ਝੋਨੇ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਹੈ, ਜਿਹਦੇ ਕਰਕੇ ਇਹ ਅਸੀਂ 10 ਦਿਨ ਸੁੱਕਣ ਵਾਸਤੇ ਜਾਂ ਹੋਰ ਜਿਹੜੀਆਂ ਫਾਰਮੈਲਿਟੀਆਂ ਸਾਡੀਆਂ ਉਹ ਪੂਰੀਆਂ ਕਰਨ ਵਾਸਤੇ ਅੱਗੇ ਪਾਇਆ। ਕਿਸਾਨ ਜਿਹੜੇ ਕਿ ਝੋਨਾ ਲੈ ਕੇ ਮੰਡੀਆਂ 'ਚ ਪਹੁੰਚ ਗਏ ਆ, ਉਹਨਾਂ ਵਿਚਾਰਿਆਂ ਦਾ ਕਸੂਰ ਕੀ ਆ? ਆੜ੍ਹਤੀਏ, ਮਜ਼ਦੂਰ, ਕਿਸਾਨ ਇਸ ਵਕਤ ਬੜੇ ਪਰੇਸ਼ਾਨ ਆ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਵੀ ਹੈਰਾਨੀਜਨਕ ਅਤੇ ਦੁਖਦਾਈ ਹੈ। ਉੱਧਰੋਂ ਪੰਜਾਬ ਦੇ ਵਿੱਚ ਜੋ ਇਸ ਵਕਤ ਅਕਾਲੀ ਦਲ ਦੇ ਆਗੂ ਆ, ਉਹਨਾਂ ਨੇ ਕਿਹਾ ਜੀ ਕਿ ਸੂਬੇ ਦੀ ਸਰਕਾਰ ਨੇ, ਯਾਨੀ ਕਿ ਚੰਨੀ ਸਰਕਾਰ ਨੇ ਕੇਂਦਰ ਦੀ ਸਰਕਾਰ ਦੇ ਨਾਲ ਮਸ਼ਵਰਾ ਕਰਕੇ ਇਹ ਜਾਣਬੁੱਝ ਕੇ 10 ਦਿਨ ਝੋਨੇ ਦੀ ਖਰੀਦ ਦਾ ਕੰਮ ਲਟਕਾਇਆ, ਕਿਉਂਕਿ ਕਾਂਗਰਸੀਆਂ ਦੇ ਕੋਲੇ ਆਪਸੀ ਕਲੇਸ਼ ਤੋਂ ਵੇਲ ਹੈ ਨਹੀਂ, ਜਿਹਦੇ ਕਰਕੇ ਇਹ ਸਾਰਾ ਕੁਝ ਇਹਨਾਂ ਦੇ ਵੱਲੋਂ ਲੇਟ ਲਤੀਫੀ ਨਾਲ ਕਰਵਾਇਆ ਜਾ ਰਿਹਾ। ਪਰ ਗੱਲ ਇਹ ਹੈ ਵੀ ਇਹ ਕਹਿੰਦੇ ਵੀ ਝੋਨੇ ਦੇ ਵਿਚਲੀ ਨਮੀ ਖਤਮ ਹੋ ਜੇ। ਮੰਨ ਲਓ ਹੁਣ 9 ਤਰੀਕ ਨੂੰ ਫੇਰ ਮੀਂਹ ਪੈ ਜੇ ਤੇ ਕੀ ਇਹ ਗੱਲ ਕਹਿਣਗੇ ਜੀ ਕਿ 18 ਤਰੀਕ ਨੂੰ ਹੁਣ ਆਪਾਂ ਝੋਨੇ ਦੀ ਜਿਹੜੀ ਖਰੀਦ ਸ਼ੁਰੂ ਕਰ ਲਾਂਗੇ? ਕੀ ਜੇਕਰ 17 ਨੂੰ ਫੇਰ ਮੀਂਹ ਪੈ ਜੇ ਇਹ ਕਹਿਣਗੇ ਜੀ ਕਿ 20 ਦਿਨ ਆਪਾਂ ਅੱਗੇ ਝੋਨੇ ਦੀ ਖਰੀਦ ਦਾ ਕੰਮ ਪਾ ਲੈਂਦੇ ਆ? ਯਾਨੀ ਕਿ ਮੀਂਹ ਇਸ ਵਕਤ ਬੜਾ ਨੁਕਸਾਨਦਾਇਕ ਆ। ਝੋਨਾ ਮੰਡੀਆਂ ਦੇ ਵਿੱਚ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵੈਸੇ 10-15 ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਿਲਸਿਲਾ ਸ਼ੁਰੂ ਹੋ ਜਾਣਾ ਝੋਨੇ ਦੀ ਵਾਢੀ ਦਾ ਤੇ ਕਟਾਈ ਦਾ। ਸੋ ਇਸ ਕਰਕੇ ਮੀਂਹ ਦੀ ਜ਼ਰੂਰਤ ਨਹੀਂ, ਪਰ ਕੁਦਰਤ ਦੇ ਮੂਹਰੇ ਜ਼ੋਰ ਵੀ ਕੋਈ ਨਹੀਂ। ਮੀਂਹ ਰੁਕ ਕੇ ਲਗਾਤਾਰ ਕਈ ਥਾਵਾਂ ਦੇ ਉੱਤੇ ਪੈ ਰਿਹਾ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਕਾਂਗਰਸ ਦੇ ਕਲੇਸ਼ ਨਾਲ ਸੰਬੰਧਿਤ ਹੈ। ਕਦੇ ਕਦੇ ਇਹ ਲੱਗਦਾ ਵੀ ਇਹ ਕਾਂਗਰਸ ਨਹੀਂ, ਇੱਕ ਡਰਾਮਾ ਪਾਰਟੀ ਹੈ। ਇਹਦੇ ਵਿੱਚ ਡਰਾਮਾ ਹੁੰਦਾ, ਜਿਵੇਂ ਫਿਲਮ ਦੀ ਸਕ੍ਰਿਪਟ ਹੁੰਦੀ ਹੈ ਕਿ ਇਸ ਵੇਲੇ ਡਾਇਲੋਗ ਫਲਾਣੇ ਨੇ ਬੋਲਣਾ, ਉਸ ਤੋਂ ਬਾਅਦ ਵਿਲਨ ਨੇ ਇੰਨੇ ਵਜੇ ਆ ਕੇ ਬੋਲਣਾ ਜਾਂ ਇਸ ਥਾਂ ਦੇ ਉੱਤੇ ਸਤਰ ਬੋਲਣੀ ਹੈ, ਫਿਰ ਜਿਹੜਾ ਤੀਜਾ ਉਹਨੇ ਫਲਾਣੀ ਥਾਂ ਦੇ ਉੱਤੇ ਬੋਲਣਾ ਤੇ ਇਸ ਦਿਨ ਬੋਲਣਾ। ਇਹ ਐਵੇਂ ਜਿਹਾ ਲੱਗਦਾ ਵੀ ਜਿਵੇਂ ਸਕ੍ਰਿਪਟਡ ਜੀ ਲੜਾਈ ਚੱਲ ਰਹੀ ਹੈ। ਕਦੇ ਕਦੇ ਇਉਂ ਵੀ ਲੱਗਦਾ ਵੀ ਜਿਵੇਂ ਨਾ ਪਹਿਲੀਆਂ ਫਿਲਮਾਂ ਹੁੰਦੀਆਂ ਸੀ ਗੁੱਗੂ ਗਿੱਲ ਤੇ ਯੋਗਰਾਜ ਦੀ ਲੜਾਈ ਦੀਆਂ, ਇਹ ਉਹੋ ਜਿਹੀ ਚੱਲ ਰਹੀ ਆ ਕਿ ਬਾਹਰ ਨਿਕਲ ਵੱਡਿਆ ਬਦਮਾਸ਼ਾ, ਬਾਹਰ ਨਿਕਲ ਮਾਂ ਦਿਆ ਮੱਖਣੀ ਖਾਣਿਆ। ਇਸ ਵਕਤ ਇਹ ਜੰਗ ਜੀ ਚੱਲ ਰਹੀ ਹੈ। ਪਰ ਸੋਚਣ ਵਾਲੀ ਗੱਲ ਇਹ ਆ, ਸਿੱਧੂ ਚੰਨੀ ਨੂੰ ਕੁਝ ਕਵੇ, ਚੰਨੀ ਸਿੱਧੂ ਨੂੰ ਕੁਝ ਕਵੇ, ਕੈਪਟਨ ਸੋਨੀਆ ਗਾਂਧੀ ਨੂੰ ਕੁਝ ਕਵੇ ਜਾਂ ਹਰੀਸ਼ ਰਾਵਤ ਆ ਕੇ ਪੰਜਾਬ ਦੀ ਸਰਕਾਰ ਨੂੰ ਝਾੜੇ, ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੀ ਮਿਲਦਾ? ਪੰਜਾਬ ਦੇ ਲੋਕਾਂ ਦਾ ਇਹਦੇ ਵਿੱਚ ਭਲਾ ਕੀ ਹੁੰਦਾ ਤੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਵਾਅਦਿਆਂ ਦੇ ਵਿੱਚੋਂ ਕਿਹੜਾ ਵਾਅਦਾ ਪੂਰਾ ਹੁੰਦਾ? ਲੋਕ ਤਾਂ ਇਹ ਵੀ ਗੱਲ ਕਹਿੰਦੇ, ਸਿਆਣੇ ਲੋਕ ਆ ਜਿਹੜੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਜਿਹੜੇ ਦਿਮਾਗ ਤੋਂ ਕੰਮ ਲੈਂਦੇ ਆ ਉਹ ਇਹ ਗੱਲ ਕਹਿੰਦੇ ਆ ਵੀ ਜਿਹੜੀ ਪਾਰਟੀ ਆਪਦੇ ਕਲੇਸ਼ ਨੂੰ ਨਹੀਂ ਖਤਮ ਕਰ ਸਕੀ ਉਹ ਪੰਜਾਬੀਆਂ ਦੇ ਮਸਲੇ ਕਿਹੜੇ ਹੱਲ ਕਰੂਗੀ? ਜਿਹਦੇ ਆਪਦੇ ਮਸਲੇ ਨਹੀਂ ਹੱਲ ਹੁੰਦੇ ਵੀ ਮੇਰੀ ਕੁਰਸੀ, ਉਹਦੀ ਕੁਰਸੀ, ਤੇ ਉਹਨੇ ਪੰਜਾਬ ਦੇ ਲੋਕਾਂ ਦੇ ਮਸਲੇ ਸਵਾਹ ਹੱਲ ਕਰਨੇ ਆ। ਸੋ ਬੇਨਤੀ ਹੱਥ ਜੋੜ ਕੇ ਪੰਜਾਬ ਦੀ ਸਰਕਾਰ ਨੂੰ ਇਹ ਹੈ ਵੀ ਮਹੀਨੇ ਰਹਿ ਗਏ ਕੁਝ ਕੁ, ਤੁਸੀਂ ਰੱਬ ਦਾ ਵਾਸਤਾ ਵੀ ਕੁਝ ਨਾ ਕੁਝ ਕਰਕੇ ਦਿਖਾਓ। ਤੁਹਾਡੇ ਕੁਰਸੀ ਦੇ ਪਾਵੇ ਹੀ ਨਹੀਂ ਸਹੀ ਹੁੰਦੇ ਹਾਲੇ ਤੱਕ, ਤੇ ਪੰਜਾਬ ਦੇ ਲੋਕਾਂ ਦੇ ਮਸਲੇ ਤੁਸੀਂ ਕਿੱਥੇ ਸਹੀ ਕਰਨੇ, ਕਿੱਥੇ ਹੱਲ ਕਰਨੇ ਆ। ਜਿਹੜੀ ਪਹਿਲੀ ਖਬਰ ਦੀ ਮੈਂ ਗੱਲ ਕੀਤੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਨਾਲ ਜੁੜੀ ਹੈ। ਉਹਦਾ ਨਾਂ ਹੋਊਗਾ ਜੀ ਪੰਜਾਬ ਵਿਕਾਸ ਪਾਰਟੀ। ਵੈਸੇ ਇੱਕ ਹਾਸੋਹੀਣੀ ਜੀ ਗੱਲ ਵੀ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਮਹੀਨਾ ਕੁ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ 85% ਵਾਅਦੇ ਪੰਜਾਬ ਦੇ ਪੂਰੇ ਕਰਤੇ ਆ। ਹੁਣ ਉਹ ਸਾਬਕਾ ਮੁੱਖ ਮੰਤਰੀ ਆ, ਕਾਂਗਰਸ ਛੱਡਣ ਦੀ ਤਿਆਰੀ ਆ, ਨਵੀਂ ਪਾਰਟੀ ਬਣਾਉਣ ਲੱਗੇ ਆ ਪੰਜਾਬ ਵਿਕਾਸ ਪਾਰਟੀ। ਇਹਦਾ ਅਰਥ ਇਹੀ ਨਿਕਲਿਆ ਵੀ 85% ਉਹਨਾਂ ਨੇ ਪੂਰੇ ਕਰਤੇ ਆ ਤੇ ਜਿਹੜੇ 15% ਬਾਕੀ ਆ ਉਹਦੀ ਖਾਤਰ ਪਾਰਟੀ ਬਣਾਉਣ ਲੱਗੇ ਆ। ਬਸ ਇਹ ਵੀ ਪੂਰੇ ਕਰ ਦੇਣੇ ਆ, ਕਮਾਲਾਂ ਹੋ ਜਾਣੀਆਂ। ਵਿਅੰਗਮਈ ਗੱਲ ਹੈ। ਦੂਜੀ ਗੱਲ ਇਹ ਆ ਵੀ ਉਹ ਇਸ ਪਾਰਟੀ ਦੇ ਵਿੱਚ ਉਹਨਾਂ ਸਾਰੇ ਲੋਕਾਂ ਨੂੰ ਸ਼ਾਮਲ ਕਰਨਗੇ, ਯਾਨੀ ਕਿ ਕੈਪਟਨ ਹੋਰੀ, ਜਿਹੜੇ ਇਸ ਵਕਤ ਉਹਨਾਂ ਦੇ ਧੜੇ ਦੇ ਆ, ਜਿਹੜੇ ਸਿੱਧੂ ਦੇ ਖਿਲਾਫ ਆ। ਤੇ ਜਦੋਂ ਚੋਣਾਂ ਦਾ ਮੌਕਾ ਨੇੜੇ ਆ ਗਿਆ ਤੇ ਉਦੋਂ ਆਪਾਂ ਜਾਣਦੇ ਵੀ ਇੱਕ ਅਨਾਰ ਤੇ 100 ਬਿਮਾਰ ਵਾਲੀ ਗੱਲ ਹੁੰਦੀ ਹੈ ਟਿਕਟ ਦੇ ਮਾਮਲੇ ਤੇ। ਜਿਹੜੇ ਕਾਂਗਰਸੀਆਂ ਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਨੇ ਚਾਰੇ ਚੱਕ ਕੇ ਪੈ ਜਾਣਾ ਵੀ ਅੱਛਾ ਮੇਰੇ ਹੱਕਾਂ ਤੇ ਡਾਕਾ ਵੱਜ ਗਿਆ, ਸਾਡੀ ਪਾਰਟੀ ਵਿਕਾਊ ਆ, ਇਹ ਜੀ ਪੈਸੇ ਨਾਲ ਟਿਕਟ ਖਰੀਦੀ ਆ, ਇਹ ਤਾਂ ਜੀ ਅੰਦਰ ਖਾਤੇ ਮਿਲੀ ਭੁਗਤਾ, ਸਾਡੀ ਕਦਰ ਨਹੀਂ ਹੋਈ, ਇਹ ਤਾਂ ਜੀ ਜਗੀਰਦਾਰਾਂ ਦੀ ਪਾਰਟੀ, ਬੜਾ ਕੁਝ ਜਦੋਂ ਹੋਊਗਾ। ਸੋ ਉਸ ਵਕਤ ਜਿਹੜੇ ਰੁੱਸ ਗਏ ਕੈਪਟਨ ਨੇ ਉਹਨਾਂ ਨੂੰ ਵੀ ਨਾਲ ਲੈ ਲੈਣਾ। ਇਹ ਵੀ ਪਤਾ ਲੱਗਾ ਜੀ ਕਿ ਸੁਖਦੇਵ ਸਿੰਘ ਢੀਂਡਸਾ ਵੀ ਕਹਿੰਦੇ ਵੀ ਆ ਜਾਓ ਆਪਾਂ ਮਿਲ ਜਾਂਦੇ ਆ, ਤੇ ਬੀਜੇਪੀ ਦਾ ਥਾਪੜਾ ਹੋਊਗਾ। ਕਹਿਣ ਦਾ ਭਾਵ ਇਹ ਆ ਵੀ ਹੋਰ ਕਿਸੇ ਦੀਆਂ ਜੜ੍ਹਾਂ ਦੇ ਵਿੱਚ ਕੋਈ ਤੇਲ ਚੋਵੇ ਨਾ ਚੋਵੇ, ਪਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਵੀ ਆਪਾਂ ਬਿਲਕੁਲ ਜੜ੍ਹਾਂ ਪੱਟ ਕੇ ਛੱਡਣੀਆਂ ਕਾਂਗਰਸ ਦੀਆਂ। ਮਤਲਬ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦਾ ਹੀ ਸਭ ਤੋਂ ਵੱਧ ਨੁਕਸਾਨ ਹੋਣਾ। ਕੈਪਟਨ ਅਮਰਿੰਦਰ ਸਿੰਘ ਆਪ ਜਿੱਤਣ ਨਾ ਜਿੱਤਣ,
ਉਹਨਾਂ ਦੀ ਪਾਰਟੀ ਕਿੰਨੀਆਂ ਸੀਟਾਂ ਕੱਢਦੀ ਹੈ ਜਾਂ ਕੋਈ ਨਹੀਂ ਕੱਢਦੀ ਹੈ, ਬਾਅਦ ਦੀਆਂ ਗੱਲਾਂ, ਲੋਕਾਂ ਨੇ ਕਦੋਂ ਵੋਟਾਂ ਪਾਉਣੀਆਂ, ਕੀ ਪਾਉਣੀਆਂ, ਨਹੀਂ ਪਾਉਣੀਆਂ, ਪਰ ਉਹ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕਰਨਗੇ, ਇਹ ਰਾਜਨੀਤਿਕ ਮਾਹਰ ਕਹਿੰਦੇ ਆ। 1 ਦਰਜਨ ਦੇ ਕਰੀਬ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਹੈ, ਬਹੁਤ ਜਲਦ ਉਹ ਵੀ ਉਹਨਾਂ ਦੇ ਨਾਲ ਛੱਡ ਦੇਣਗੇ ਪਾਰਟੀ ਨੂੰ। ਪਰ ਇਹ ਵੀ ਪਤਾ ਲੱਗਾ ਕਿ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਕਾਂਗਰਸ ਦੇ ਵਿੱਚ ਹੀ ਰਹਾਂਗੀ, ਬਾਕੀ ਪਰਿਵਾਰਕ ਗੱਲਾਂ ਹੁੰਦੀਆਂ, ਮੌਕੇ ਦੇ ਉੱਤੇ ਕੌਣ ਕਿਹੜਾ ਮੋੜ ਕੱਟਦਾ ਇਹ ਵਕਤ ਬਿਆਨ ਕਰੂਗਾ। ਫਿਲਹਾਲ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਦਾ ਬੁਖਾਰ ਜਿਹਾ ਚੜਿਆ ਪਿਆ। ਕੋਈ ਇਹ ਗੱਲ ਕਹਿਣਾ ਜੀ ਕਿ ਅਕਾਲੀ ਦਲ ਪਾਰਟੀ ਸਹੀ ਆ, ਕੋਈ ਕਹਿੰਦਾ ਵੀ ਕਾਂਗਰਸ ਤਾਂ ਸਹੀ ਹੈ ਜੇਕਰ ਚੰਨੀ ਮੂਹਰੇ ਆ, ਕੋਈ ਕਹਿੰਦਾ ਨਾ ਨਾ ਜੇਕਰ ਸਿੱਧੂ ਮੂਹਰੇ ਹੋ ਜਾਏ ਕਾਂਗਰਸ ਦਾ ਭਾਈ ਫੇਰ ਸਹੀ ਆ, ਕੋਈ ਕਹਿੰਦਾ ਕੈਪਟਨ ਸਹੀ ਸੀ, ਕੰਮ ਭਾਵੇਂ ਨਹੀਂ ਸੀ ਕਰਦਾ ਪਰ ਲੜਾਈ ਝਗੜਾ ਤਾਂ ਨਹੀਂ ਹੋਣ ਦਿੰਦਾ ਸੀ, ਤੇ ਕੋਈ ਕਹਿੰਦਾ ਵੀ ਕੈਪਟਨ ਤੋਂ ਕਰਾਉਣਾ ਕੀ ਹੈ ਜਦੋਂ ਉਹਨੇ ਕਦੇ ਕੁਛ ਕੰਮ ਕਰਕੇ ਨਹੀਂ ਦਿਖਾਇਆ। ਸੋ ਮਸਲੇ ਲੋਕਾਂ ਦੇ ਹੋਰ ਸੀ ਪਰ ਧਿਆਨ ਕਿਸੇ ਹੋਰ ਪਾਸੇ ਲਵਾ ਦਿੱਤਾ ਗਿਆ, ਤੇ ਇਹੀ ਰਾਜਨੀਤੀ ਹੈ। ਅੱਜ ਮਨਪ੍ਰੀਤ ਬਾਦਲ ਫਿਰ ਖਜ਼ਾਨਾ ਮੰਤਰੀ ਹੈ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਖਾਲੀ ਖਜ਼ਾਨੇ ਦੀ ਦੁਹਾਈ ਪਾਉਂਦੇ ਆ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਚੇਤੇ ਵਿੱਚ ਆਉਂਦੇ ਸਮੇਂ 'ਚ ਸ਼ਾਇਦ ਗੂੰਜਣਗੀਆਂ ਜੇਕਰ ਉਹਨਾਂ ਨੇ ਦਿਮਾਗ ਦੇ ਉੱਤੇ ਜ਼ੋਰ ਪਾਇਆ ਤਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਜਾ ਰਹੇ ਨੇ। ਇਸ ਪਾਰਟੀ ਦਾ ਨਾਂ ਪੰਜਾਬ ਵਿਕਾਸ ਪਾਰਟੀ ਹੋਵੇਗਾ। ਪਾਰਟੀ ਦੇ ਐਲਾਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਰੀਬੀ ਨੇਤਾਵਾਂ ਨਾਲ ਸੰਪਰਕ ਕਰ ਲਿਆ। ਇਸ ਪਾਰਟੀ ਦੇ ਵਿੱਚ ਸਿੱਧੂ ਦੇ ਵਿਰੋਧੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਦਿਨ ਪਹਿਲਾਂ ਹੀ ਸੀਐਮ ਕੁਰਸੀ ਛੱਡਣੀ ਪਈ ਸੀ। ਇਸ ਤੋਂ ਬਾਅਦ ਦਿੱਲੀ ਦੌਰੇ 'ਤੇ ਗਏ, ਉੱਥੇ ਗ੍ਰਹਿ ਮੰਤਰੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮਿਲੇ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਕਾਂਗਰਸ 'ਚ ਨਹੀਂ ਰਹਿਣਗੇ। ਉਹਨਾਂ ਨੇ ਭਾਜਪਾ ਦੇ ਵਿੱਚ ਜਾਣ ਤੋਂ ਵੀ ਨਾਂਹ ਕਰ ਦਿੱਤੀ ਸੀ। ਕੈਪਟਨ ਨੇ ਕੁਰਸੀ ਛੱਡਣ ਤੋਂ ਬਾਅਦ ਸਿੱਧੂ ਦੇ ਉੱਤੇ ਵੱਡਾ ਸਿਆਸੀ ਹਮਲਾ ਕੀਤਾ ਸੀ। ਇਹ ਗੱਲ ਕਹੀ ਸੀ ਕਿ ਸਿੱਧੂ ਨੂੰ ਉਹ ਕਿਸੇ ਵੀ ਕੀਮਤ ਦੇ ਉੱਤੇ ਜਿੱਤਣ ਨਹੀਂ ਦੇਣਗੇ, ਸਿੱਧੂ ਦੇ ਖਿਲਾਫ ਮਜ਼ਬੂਤ ਕੈਂਡੀਡੇਟ ਖੜੇ ਕਰਨਗੇ। ਇਸ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਜਲਦ ਹੀ ਕੈਪਟਨ ਕੋਈ ਨਵੀਂ ਪਾਰਟੀ ਬਣਾਉਣਗੇ। ਸੂਤਰਾਂ ਦੇ ਮੁਤਾਬਕ ਫਿਲਹਾਲ ਅਮਰਿੰਦਰ ਆਪਣੇ ਕਰੀਬੀ ਨੇਤਾਵਾਂ ਨੂੰ ਨਾਲ ਲੈ ਕੇ ਇਹ ਪਾਰਟੀ ਬਣਾ ਰਹੇ ਨੇ। ਇਹਦੇ ਵਿੱਚ ਮੰਤਰੀ ਮੰਡਲ ਤੋਂ ਬਾਹਰ ਹੋਏ ਨੇੜਲੇ ਮੰਤਰੀਆਂ ਦੇ ਨਾਲ ਸੰਗਠਨ ਦੇ ਵਿੱਚ ਕਿਨਾਰੇ ਕੀਤੇ ਗਏ ਨੇਤਾ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸਿੱਧੂ ਦੇ ਨਾਲੋਂ ਨਾਰਾਜ਼ ਹੋਏ ਨੇਤਾ ਮਿਲਾਏ ਜਾਣਗੇ। ਅਖੀਰ ਦੇ ਵਿੱਚ ਚੋਣਾਂ ਦੇ ਨੇੜੇ ਆਉਣ ਦੇ ਮੌਕੇ ਕੈਪਟਨ ਦੇ ਕਰੀਬੀ ਕਾਂਗਰਸੀਆਂ ਦੀ ਟਿਕਟ ਕੱਟਣੀ ਤੈਅ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਕਹਿਣ ਦਾ ਭਾਵ ਹੈ ਕਿ ਕੈਪਟਨ ਪੂਰੀ ਤਰ੍ਹਾਂ ਕਾਂਗਰਸ ਨੂੰ ਹੀ ਝਟਕਾ ਦੇਣ ਦੇ ਮੂਡ ਦੇ ਵਿੱਚ ਨੇ। ਕੈਪਟਨ ਦੇ ਇਸ ਕਦਮ ਦੇ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਖਤਰਾ ਹੋ ਸਕਦਾ ਹੈ। ਕੈਪਟਨ ਦੇ ਕਰੀਬੀ ਵਿਧਾਇਕ ਤੇ ਸਾਬਕਾ ਮੰਤਰੀ ਕਾਂਗਰਸ ਛੱਡ ਸਕਦੇ ਨੇ। ਸੋ ਸੀਐਮ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਕੋਲੇ ਜੇਕਰ ਬਹੁਮਤ ਨਹੀਂ ਰਹਿੰਦਾ ਤਾਂ ਮੁਸ਼ਕਿਲ ਵੱਡੀ ਆ ਜਾਂਦੀ ਹੈ, ਖਾਸ ਕਰਕੇ ਕਿ ਕੈਪਟਨ 2 ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਤੇ ਅਜੀਤ ਡੋਭਾਲ ਨੂੰ ਮਿਲ ਕੇ ਆਏ ਨੇ। ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹੁਣ ਬਿਆਨ ਦਿੱਤੇ ਜਾ ਰਹੇ ਨੇ ਉਹ ਕਾਂਗਰਸ ਦੇ ਲਈ ਚਿੰਤਾ ਖੜੀ ਕਰਨ ਵਾਲੇ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੈਪਟਨ ਅਮਰਿੰਦਰ ਸਿੰਘ ਨੂੰ ਥਾਪੜਾ ਬੀਜੇਪੀ ਦਾ, ਬੀਜੇਪੀ ਨੂੰ ਲੋੜ ਕੈਪਟਨ ਦੀ ਤੇ ਕੈਪਟਨ ਨੂੰ ਲੋੜ ਬੀਜੇਪੀ ਦੀ। ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਬੀਜੇਪੀ ਯੂਪੀ ਦੇ ਵਿੱਚ ਪੈਰ ਧਰਨ ਲਾਇਕ ਹੋਣਾ ਚਾਹੁੰਦੀ ਹੈ, ਪੰਜਾਬ ਦੇ ਵਿੱਚ ਵੀ ਕਿਸਾਨੀ ਮਸਲਾ ਹੱਲ ਕਰਕੇ। ਕਿਸਾਨ ਇਹ ਚਾਹੁੰਦੇ ਜੀ ਕਿ ਸਾਡਾ ਮਸਲਾ ਹੱਲ ਹੋਵੇ। 2 ਸਾਡੀਆਂ ਮੁੱਖ ਮੰਗਾਂ, 3 ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਜੀ ਸਾਡੇ ਲਈ MSP ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਦਿੱਤੀ ਜਾਵੇ ਤੇ ਬਾਅਦ ਦੇ ਵਿੱਚ ਸਾਰੇ ਦੇ ਸਾਰੇ ਮਸਲੇ ਹੱਲ ਸਾਡੇ। ਫਿਰ ਸਾਡਾ ਕੋਈ ਵਿਰੋਧ ਨਹੀਂ ਬੀਜੇਪੀ ਦਾ, ਤੇ ਬੀਜੇਪੀ ਨੂੰ ਵੋਟਾਂ ਪਾਉਣੀਆਂ ਨਾ ਪਾਉਣੀਆਂ, ਕਿਹਨੂੰ ਨਹੀਂ ਪਾਉਣੀ, ਇਹ ਸਭ ਦੀ ਮੌਕੇ ਦੇ ਉੱਤੇ ਮਰਜ਼ੀ ਹੋਊਗੀ। ਪਰ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਕੇ ਇੱਕ ਵਾਰ ਇਹ ਗੱਲ ਜ਼ਰੂਰ ਕਹਿਣੀ ਚਾਹੁੰਣਗੇ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਧਮਕੀ ਦੇ ਵਿੱਚ ਕਹਿਣਗੇ ਜਾਂ ਚੁਣੌਤੀ ਦੇ ਰੂਪ ਦੇ ਵਿੱਚ ਕਿ ਭਾਈ ਹੁਣ ਮੈਦਾਨ ਦੇ ਵਿੱਚ ਆ ਜਾਓ। ਪਰ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਵੀ ਇਹ ਸਕ੍ਰਿਪਟਡ ਜੀ ਜੰਗ ਕਦੇ ਕਦੇ ਲੱਗਦੀ ਹੈ। ਹੁਣ ਮੁਹੰਮਦ ਮੁਸਤਫਾ ਦੀ ਐਂਟਰੀ ਹੋਈ ਇਸ ਮਾਮਲੇ 'ਚ। ਉਹ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਤਾਂ ਗਵਾਈ ਹੈ, ਦਿਮਾਗੀ ਤਵਾਜ਼ਨ ਵੀ ਗਵਾ ਲਿਆ। ਉਹ ਕਹਿੰਦੇ ਵੀ ਕੈਪਟਨ ਕਿਤੋਂ ਵੀ ਖੜਾ ਹੋਵੇ ਅਸੀਂ ਜ਼ਮਾਨਤ ਜ਼ਬਤ ਕਰਾ ਦਿਆਂਗੇ। ਹਰੀਸ਼ ਰਾਵਤ ਨੇ ਗੱਲ ਕਹੀ ਹੈ ਵੀ 2 ਵਾਰ ਜਿਹੜੀ ਪਾਰਟੀ ਨੇ ਮੁੱਖ ਮੰਤਰੀ ਬਣਾਇਆ, ਕਈ ਵਾਰ ਕਾਂਗਰਸ ਦਾ ਪ੍ਰਧਾਨ ਬਣਾਇਆ, ਉਹ ਪਾਰਟੀ ਦੇ ਨਾਲ ਹੀ ਕੈਪਟਨ ਸਾਹਿਬ ਕਹਿੰਦੇ ਜੀ ਕਿ ਇਹਨਾਂ ਨੇ ਮੇਰੇ ਨਾਲ ਦਗੇਬਾਜ਼ੀ ਕੀਤੀ ਹੈ। ਤੇ ਕੈਪਟਨ ਅਮਰਿੰਦਰ ਸਿੰਘ ਅੱਗੋਂ ਹਰੀਸ਼ ਰਾਵਤ ਨੂੰ ਕਹਿੰਦੇ ਵੀ ਬਕਵਾਸ ਐਵੇਂ ਕੀਤੀ ਜਾ ਰਹੀ ਹੈ, ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਧੋਖਾ ਹੋਇਆ, ਮੈਨੂੰ ਅਪਮਾਨ ਝੱਲਣਾ ਪਿਆ। ਸੋ ਆਹ ਕੁਝ ਚੱਲ ਰਿਹਾ ਇਸ ਵੇਲੇ। ਪਰ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਇੱਕ ਨੁਕਾਤੀ ਪ੍ਰੋਗਰਾਮ ਇਹ ਹੈ ਕਿ ਸਿੱਧੂ ਦਾ ਰਾਹ ਆਪਾਂ ਰੋਕਣਾ ਹੀ ਰੋਕਣਾ, ਕਿਉਂਕਿ ਸਿੱਧੂ ਨੇ ਲੌਬਿੰਗ ਕਰਕੇ ਉਹਨਾਂ ਨੂੰ ਕੁਰਸੀ ਤੋਂ ਲਹਾਇਆ। ਪਰ ਇਹ ਵੀ ਗੱਲ ਸੱਚੀ ਹੈ ਕੈਪਟਨ ਸਾਹਿਬ, ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦਾ ਸੱਚੀ ਮੁੱਚੀ ਵਿਕਾਸ ਬਾਬਤ ਸੋਚਿਆ ਹੁੰਦਾ, ਜਿਵੇਂ ਕਿ ਹੁਣ ਪੰਜਾਬ ਵਿਕਾਸ ਪਾਰਟੀ ਦੇ ਨਾਂ ਦੇ ਉੱਤੇ ਸੋਚ ਰਹੇ ਹੋ, ਤਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕੁਰਸੀ ਤੋਂ ਜਾਣ ਨਹੀਂ ਸੀ ਦੇਣਾ। ਫਿਰ ਪੰਜਾਬ ਦੇ ਲੋਕਾਂ ਨੇ ਜਾਨ ਦੇਣ ਤੱਕ ਜਾਣਾ ਸੀ। ਤੁਹਾਨੂੰ ਪੰਜਾਬ ਦੇ ਲੋਕ ਪਿਛਲੀ ਟਰਮ ਦੇ ਵਿੱਚ ਪਾਣੀਆਂ ਦੇ ਰਾਖੇ ਦੇ ਤੌਰ ਤੇ ਜਾਣਦੇ ਸੀ। ਐਤਕੀ ਨਹੀਂ ਗੱਲ ਬਣੀ, ਤੁਸੀਂ ਨਹੀਂ ਕੰਮ ਕੀਤੇ, ਤਾਂ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ ਕਿ ਗਲਤੀ ਹੋਈ ਵੀ ਹੈ। ਲੋਕਾਂ ਤੋਂ ਵੀ ਗਲਤੀਆਂ ਹੁੰਦੀਆਂ, ਸਭ ਤੋਂ ਹੁੰਦੀਆਂ, ਤੁਹਾਡੇ ਦੇ ਕੋਲੋਂ ਵੀ ਹੋਈਆਂ। ਪਰ ਜੇਕਰ ਆਪਾਂ ਇਹ ਗੱਲ ਕਹੀਏ ਵੀ ਭਾਈ ਅਸੀਂ ਵਿਕਾਸ ਬਹੁਤ ਕੀਤਾ, ਵਿਕਾਸ ਦਿਸਦਾ ਨਹੀਂ।
ਜੇ ਵਿਕਾਸ ਕਰਨ ਵਾਲੇ ਬੰਦੇ ਮਿਲੇ ਹੋਣ ਤਾਂ ਪੰਜਾਬ ਦੇ ਲੋਕ ਇੰਨੇ ਕਮਲੇ ਨਹੀਂ ਕਿ ਉਸ ਨੇਤਾ ਨੂੰ ਆਪਦੇ ਹੱਥ ਦੇ ਵਿੱਚੋਂ ਜਾਣ ਦੇਣਗੇ। ਪੰਜਾਬ ਦੇ ਲੋਕ ਉਹਦੀ ਖਾਤਰ ਜਾਨ ਦੇਣਗੇ। ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਕਿਹੜਾ ਮੋੜ ਕੱਟਦੇ ਆ ਤੇ ਰਾਜਨੀਤਿਕ ਪਾਰਟੀਆਂ ਕਿਹੜਾ ਮੋੜ ਕੱਟਦੀਆਂ, ਇਹਦੇ ਵੱਲ ਨਿਗਾਹ ਟਿਕੀ ਰਹਿਣੀ ਹੈ। ਨਵਜੋਤ ਸਿੰਘ ਸਿੱਧੂ ਦੀ ਇੱਕ ਵਾਰ ਫਿਰ ਗੱਲ ਮੰਨੀ ਜਾ ਰਹੀ ਹੈ। ਇਕਬਾਲਪ੍ਰੀਤ ਸਿੰਘ ਸਹੋਤਾ ਦੀ ਛੁੱਟੀ ਲਗਭਗ ਤੈਅ ਮੰਨੀ ਜਾ ਰਹੀ ਹੈ, ਜਿਹੜੇ ਕਿ ਨਵੇਂ DGP ਲਾਏ ਗਏ ਆ ਦਿਨਕਰ ਗੁਪਤਾ ਦੀ ਥਾਂ ਦੇ ਉੱਤੇ। ਤੇ ਦਿਨਕਰ ਗੁਪਤਾ ਛੁੱਟੀ ਦੇ ਉੱਤੇ ਆ, ਸਹੋਤਾ ਹੋਰਾਂ ਨੂੰ ਲਾਇਆ ਗਿਆ ਸੀਗਾ ਆਰਜੀ ਤੌਰ ਦੇ ਉੱਤੇ। ਪਰ ਮਹੀਨੇ ਹੀ ਕੁਝ ਕਰੇਗੇ, ਆਰਜੀ ਨੂੰ ਪੱਕਾ ਮੰਨੀਏ, ਪੱਕੇ ਨੂੰ ਆਰਜੀ ਮੰਨੀਏ, ਇਹ ਸਾਡੀ ਆਪੋ ਆਪਣੀ ਮਰਜ਼ੀ ਹੈ। ਪਰ ਜਿਸ ਤਰੀਕੇ ਦੇ ਨਾਲ ਰੌਲਾ ਪਿਆ, ਜਿਵੇਂ ਸਿੱਧੂ ਹੋਰਾਂ ਨੇ ਦੋਸ਼ ਲਾਏ AG ਦੇ ਉੱਤੇ ਤੇ DGP ਦੇ ਉੱਤੇ, ਤੇ ਉਸ ਤੋਂ ਬਾਅਦ ਰੌਲਾ ਰੱਪਾ ਬਹੁਤ ਪੈ ਗਿਆ। ਹਰੀਸ਼ ਰਾਵਤ ਇੱਕ ਵਾਰ ਫਿਰ ਲੜਦਿਆਂ ਨੂੰ ਛਡਾਉਣ ਆਏ, ਆਪਾਂ ਇਹ ਵੀ ਗੱਲ ਵਰਤ ਸਕਦੇ, ਸ਼ਬਦ ਵਰਤ ਸਕਦੇ ਹਾਂ। ਪਰ ਹੁਣ ਪਤਾ ਲੱਗਾ ਜੀ ਕਿ ਸਿੱਧੂ ਹੋਰਾਂ ਨੇ ਮੰਨੀ ਗਈ ਹੈ ਤੇ DGP ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲਗਭਗ ਤਿਆਰੀ ਅੰਦਰ ਖਾਤੇ ਹੋ ਹੀ ਚੁੱਕੀ ਹੈ। 10 ਨਾਂ ਜਿਹੜੇ ਉਹ UPSC ਨੂੰ ਭੇਜੇ ਗਏ ਆ। ਉਹਨਾਂ 10 ਦੇ ਵਿੱਚੋਂ 7 ਦੇ ਉੱਤੇ ਕਾਂਟਾ ਫੇਰ ਕੇ 3 ਨਾਂ ਜਿਹੜੇ UPSC ਦੇ ਵੱਲੋਂ ਸੂਬੇ ਦੀ ਸਰਕਾਰ ਨੂੰ ਭੇਜੇ ਜਾਣਗੇ। ਹੁਣ ਇਹਨਾਂ 3 ਦੇ ਵਿੱਚੋਂ ਇੱਕ ਨਾਂ ਦੇ ਉੱਤੇ ਕਿਹੜੇ ਤੇ ਫਾਈਨਲ ਹੋਊਗਾ ਫੈਸਲਾ, ਇਹ ਵਕਤ ਬਿਆਨ ਕਰੂਗਾ ਕਿ ਉਹ ਨਾਂ ਜਿਹੜਾ ਵੀ DGP ਬਣੂਗਾ ਉਹ ਚੰਨੀ ਸਾਹਿਬ ਦੀ ਪਸੰਦ ਦਾ ਹੋਊਗਾ ਜਾਂ ਸਿੱਧੂ ਸਾਹਿਬ ਦੇ, ਜਾਂ ਫਿਰ ਸੱਚੀ ਮੁੱਚੀ ਨਿਰਪੱਖ ਹੋਊਗਾ, ਪਾਰਦਰਸ਼ੀ ਹੋਊਗਾ, ਉਹ ਕਿਸੇ ਵੀ ਧੜੇ ਨਾਲ ਸੰਬੰਧਿਤ ਨਹੀਂ ਹੋਊਗਾ, ਉਹ ਹਾਈ ਕਮਾਨ ਦੀ ਮਰਜ਼ੀ ਮੁਤਾਬਕ ਹੋਊਗਾ। ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ। ਇੱਕ ਦਿਨ ਤੇ ਇੱਕ ਮਿੰਟ ਇਸ ਵੇਲੇ ਕੀਮਤੀ ਆ ਸੂਬੇ ਦੀ ਸਰਕਾਰ ਦੇ ਲਈ ਤੇ ਪੰਜਾਬ ਦੇ ਲੋਕਾਂ ਦੇ ਕਰਕੇ। ਇਸ ਕਰਕੇ ਕੀਮਤੀ ਹੈ ਕਿਉਂਕਿ ਜੇ ਆਹ ਵੇਲਾ ਵੀ ਨਿਕਲ ਗਿਆ ਤਾਂ ਵਿਕਾਸ ਵਕੂਸ 4.5 ਸਾਲ ਫੇਰ ਨਹੀਂ ਹੋਣਾ। ਪਰ ਜਿਹੜਾ 4.5 ਸਾਲ ਨਹੀਂ ਹੋਇਆ ਉਹ ਇਹਨਾਂ 3 ਮਹੀਨਿਆਂ ਦੇ ਵਿੱਚ ਪਤਾ ਨਹੀਂ ਕਿਵੇਂ ਹੋਊਗਾ। ਤੇ ਜਿਨ੍ਹਾਂ ਨੇ ਵਿਕਾਸ ਕਰਨ ਦੀ ਗੱਲ ਕਰਨੀ ਹੈ ਤੇ ਉਹ ਇਸ ਵਕਤ ਸਿਰਫ ਤੇ ਸਿਰਫ ਸਿੰਘਾਂ ਨੂੰ ਤੇਲ ਲਾ ਕੇ ਫਿਰਦੇ ਆ ਵੀ ਮੈਂ ਇਹਨੂੰ ਚੱਕ ਦੇਣਾ, ਮੈਂ ਉਹਨੂੰ ਚੱਕ ਦੇਣਾ। ਲੋੜ ਇਸ ਵਕਤ ਇਹ ਆ ਵੀ ਮਸਲੇ ਹੱਲ ਕੀਤੇ ਜਾਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਸਰਕਾਰ ਦੇ ਵੱਲੋਂ ਨਿਯੁਕਤ ਕੀਤੇ ਗਏ ਵਧੇਕ DGP IPS ਇਕਬਾਲਪ੍ਰੀਤ ਸਿੰਘ ਸਹੋਤਾ ਉੱਤੇ ਨਵਜੋਤ ਸਿੰਘ ਸਿੱਧੂ ਦੇ ਇਤਰਾਜ਼ ਤੋਂ ਬਾਅਦ ਚੰਨੀ ਸਰਕਾਰ ਵੱਲੋਂ DGP ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ UPSC ਨੂੰ ਪੈਨਲ ਭੇਜਿਆ। ਇਹਦੇ ਵਿੱਚ ਸਿਧਾਰਥ ਚਟੋਪਾਧਿਆਏ ਸਮੇਤ 10 ਵੱਡੇ ਅਧਿਕਾਰੀਆਂ ਦੇ ਨਾਂ ਸ਼ਾਮਲ ਨੇ। ਇਹਨਾਂ 10 ਨਾਵਾਂ ਦੇ ਵਿੱਚ ਸਿਧਾਰਥ ਚਟੋਪਾਧਿਆਏ, ਦਿਨਕਰ ਗੁਪਤਾ, VK ਭਾਵਰਾ, MK ਤਿਵਾੜੀ, ਪ੍ਰਬੋਧ ਕੁਮਾਰ, ਰੋਹਿਤ ਚੌਧਰੀ, ਇਕਬਾਲਪ੍ਰੀਤ ਸਹੋਤਾ, ਸੰਜੀਵ ਕਾਲਦਾ, ਪ੍ਰਾਗ ਜੈਨ ਤੇ BK ਉੱਪਲ ਸ਼ਾਮਲ ਨੇ। ਸੀਨੀਅਰਤਾ ਦੇ ਮੁਤਾਬਕ ਦਿਨਕਰ ਗੁਪਤਾ ਜੋ ਕੈਪਟਨ ਸਰਕਾਰ ਦੇ ਵਿੱਚ DGP ਸਨ, ਉਹਨਾਂ ਨੂੰ ਵੀ ਪੈਨਲ ਦੇ ਵਿੱਚ ਰੱਖਿਆ ਗਿਆ। ਪਰ ਕੈਪਟਨ ਦੇ CM ਦਾ ਅਹੁਦਾ ਛੱਡਣ ਤੋਂ ਬਾਅਦ ਉਹਨਾਂ ਨੇ ਕੇਂਦਰੀ ਡੈਪੂਟੇਸ਼ਨ ਦੇ ਲਈ ਅਰਜ਼ੀ ਦਿੱਤੀ ਹੈ। UPSC ਪੰਜਾਬ ਸਰਕਾਰ ਨੂੰ 3 ਨਾਂ ਵਾਪਸ ਭੇਜੇਗੀ। 3 ਦੇ ਵਿੱਚੋਂ ਇੱਕ ਨੂੰ DGP ਲਾਇਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਮੁਖੀ ਤੇ ਕਾਂਗਰਸੀ ਨੇਤਾਵਾਂ ਦਾ ਇੱਕ ਵਰਗ ਚਟੋਪਾਧਿਆਏ ਦੀ ਉਮੀਦਵਾਰੀ ਦਾ ਸਮਰਥਨ ਕਰ ਰਿਹਾ ਸੀ, ਪਰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਕਾਰਜਕਾਰੀ DGP ਇਕਬਾਲਪ੍ਰੀਤ ਸਿੰਘ ਸਹੋਤਾ ਦੇ ਪਿੱਛੇ ਖੜੇ ਨੇ। ਨਵਜੋਤ ਸਿੰਘ ਸਿੱਧੂ ਨੇ DGP ਇਕਬਾਲਪ੍ਰੀਤ ਸਹੋਤਾ ਦੀ ਨਿਯੁਕਤੀ ਤੇ ਇਤਰਾਜ਼ ਜ਼ਾਹਰ ਕੀਤਾ। ਸੋ ਇਹ ਗੱਲ ਜ਼ਾਹਰ ਹੈ ਵੀ ਜੇਕਰ ਸਿੱਧੂ ਦੀ ਚੱਲ ਗਈ ਤਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਨਾਲ ਵੀ ਉਹਨਾਂ ਦੀ ਵਿਗੜਨੀ ਤੈਅ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੁਣ DGP ਸਾਹਿਬ ਕੌਣ ਬਣਦੇ ਆ ਇਹ ਤਾਂ ਵਕਤ ਬਿਆਨ ਕਰੂਗਾ। ਪਰ ਚੰਗਾ ਬਣੇ, ਪਾਰਦਰਸ਼ੀ ਬਣੇ, ਪੰਜਾਬ ਦੇ ਮਸਲਿਆਂ ਦੇ ਬਾਰੇ ਖਿਆਲ ਕਰਨ ਵਾਲਾ ਬਣੇ, ਬੇਅਦਬੀ ਮਾਮਲੇ ਦੇ ਉੱਤੇ ਇਨਸਾਫ ਮਿਲੇ, ਗੋਲੀ ਕਾਂਡ ਦੇ ਮਾਮਲੇ ਤੇ ਇਨਸਾਫ ਮਿਲੇ, ਪੰਜਾਬ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਬਰਕਰਾਰ ਰਵੇ ਤੇ ਰੱਖੀ ਜਾਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਇੱਕ ਗੱਲ ਭੁੱਲਣੀ ਨਹੀਂ ਚਾਹੀਦੀ ਵੀ ਜੇ ਤਾਂ ਮੰਨ ਲਓ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਥਾਂ ਦੇ ਉੱਤੇ ਕੋਈ ਵੀ ਹੋਰ ਬਣ ਗਿਆ ਤੇ ਜੇਕਰ ਉਹ ਨਵਜੋਤ ਸਿੰਘ ਸਿੱਧੂ ਦੀ ਪਸੰਦ ਵਾਲਾ ਬਣ ਗਿਆ ਤਾਂ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਂਗਰਸ ਦਾ ਇੱਕ ਹੋਰ ਧੜਾ, ਉਹਨਾਂ ਦੇ ਮਨ ਦੇ ਵਿੱਚ ਸਿੱਧੂ ਦੇ ਪ੍ਰਤੀ ਕੁੜੱਤਣ ਹੋਰ ਵੱਧ ਜਾਣੀ ਆ ਵੀ ਇਹਦੀ ਚੱਲ ਗਈ ਆ। ਜੇਕਰ ਸਿੱਧੂ ਦੇ ਪੱਖ ਵਾਲਾ ਨਾ ਹੋਇਆ, ਸਿੱਧੂ ਦੀ ਪਸੰਦ ਵਾਲਾ ਨਾ ਹੋਇਆ ਤੇ ਮੁੱਖ ਮੰਤਰੀ ਸਾਹਿਬ ਦੀ ਪਸੰਦ ਵਾਲਾ ਹੋਇਆ ਤੇ ਗ੍ਰਹਿ ਮੰਤਰੀ ਦੀ ਪਸੰਦ ਵਾਲਾ ਹੋਇਆ ਤੇ ਫਿਰ ਸਿੱਧੂ ਦੀ ਕੁੜੱਤਣ ਵੀ ਨਹੀਂ ਜਾਣੀ। ਮਤਲਬ ਇਹ ਹੈ ਵੀ ਕਾਂਗਰਸ ਦੇ ਵਿੱਚ ਕੁੜੱਤਣ ਰਹੂਗੀ ਤੇ ਇਹ ਕੁੜੱਤਣ ਆਉਂਦੇ ਵੇਲੇ ਦੇ ਵਿੱਚ ਹੋਰ ਵਧੂਗੀ। ਜਿਵੇਂ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣਗੀਆਂ ਉਵੇਂ ਇਹ ਕਲੇਸ਼ ਰੁਕਣ ਦੀ ਥਾਂ ਦੇ ਉੱਤੇ ਹੋਰ ਭੜਕੂਗਾ। ਇਸ ਗੱਲ ਦੀ ਪੱਕੀ ਗਰੰਟੀ ਹੈ ਕਿਉਂਕਿ ਮੁੱਖ ਪੰਗਾ ਪੈਣਾ ਉਸ ਵੇਲੇ ਜਦੋਂ 2022 ਦੀਆਂ ਚੋਣਾਂ ਦੇ ਮੌਕੇ CM ਦਾ ਕੈਂਡੀਡੇਟ ਐਲਾਨਿਆ ਜਾਣਾ। ਜੇ ਅੱਜ ਚਰਨਜੀਤ ਸਿੰਘ ਚੰਨੀ ਹੋਰੀ ਇਸ ਵਿਗੜੇ ਹੋਏ ਮਾਹੌਲ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ, ਸਧਾਰਨ ਲੋਕਾਂ ਦੇ ਵਿੱਚ ਬਹਿ ਕੇ ਉਹਨਾਂ ਵਰਗੇ ਦਰਸਾ ਕੇ ਖੁਦ ਨੂੰ ਤੇ ਆਪਦੀ ਪਛਾਣ ਬਣਾਉਣ 'ਚ ਕਾਮਯਾਬ ਹੋਏ ਆ ਤਾਂ ਮੈਨੂੰ ਇਹ ਪ੍ਰਤੀਤ ਨਹੀਂ ਹੁੰਦਾ ਕਿ 2022 ਦੇ ਵਿੱਚ ਸਿੱਧੂ ਨੂੰ CM ਕੈਂਡੀਡੇਟ ਬਣਾਇਆ ਜਾਊਗਾ। ਹਾਈ ਕਮਾਨ ਨੇ ਚੰਨੀ ਦੇ ਨਾਂ ਦੇ ਉੱਤੇ ਮੋਹਰ ਲਾਉਣੀ ਆ ਕਿ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਚੰਨੀ ਨੇ ਇੱਕ ਵੱਖਰੀ ਪਛਾਣ ਬਣਾਈ ਹੈ, ਜਿਹਨੇ ਕਿਸੇ ਨਾਲ ਕੋਈ ਲੜਾਈ ਝਗੜਾ ਵੀ ਨਹੀਂ ਕੀਤਾ, ਜਿਹਦੇ ਬਾਬਤ ਬਹੁਤੇ ਵੱਡੇ ਵਿਵਾਦ ਵੀ ਨਹੀਂ ਤੇ ਚੰਨੀ ਹੋਰੀਆਂ ਜਿਹੜੇ ਉਹ ਇਸ ਵਕਤ ਅਨੁਸੂਚਿਤ ਭਾਈਚਾਰੇ ਦੇ ਵਿੱਚੋਂ ਆ ਤੇ ਜੰਗ ਆ ਜਿਹੜੀ
ਉਹ 2022 ਦੇ ਵਿੱਚ ਹੈ, ਕਿਉਂਕਿ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲਾਉਣ ਦੀ ਗੱਲ ਕੀਤੀ ਹੈ ਜੇਕਰ ਸਰਕਾਰ ਬਣ ਗਈ ਅਨੁਸੂਚਿਤ ਭਾਈਚਾਰੇ ਚੋਂ। ਬੀਜੇਪੀ ਕਹਿੰਦੀ ਅਸੀਂ ਮੁੱਖ ਮੰਤਰੀ ਬਣਾ ਦਿਆਂਗੇ ਜੇਕਰ ਸਾਨੂੰ ਮੌਕਾ ਮਿਲ ਗਿਆ, ਤੇ ਫਿਰ ਜੇਕਰ ਚੰਨੀ ਹੋਰਾਂ ਨੂੰ ਹਟਾ ਕੇ ਤੇ ਸਿੱਧੂ ਹੋਰਾਂ ਨੂੰ ਸੀਐਮ ਕੈਂਡੀਡੇਟ ਬਣਾਇਆ ਜਾਊਗਾ ਤੇ ਗਲਤ ਸੁਨੇਹਾ ਜਾਊਗਾ ਕਾਂਗਰਸ ਦੇ ਬਾਰੇ ਵੀ, ਅੱਛਾ ਸਾਡੇ ਬੰਦੇ ਨੂੰ ਸਿਰਫ 4 ਮਹੀਨੇ ਵਰਤਣਾ ਸੀ, ਤੁਸੀਂ ਗੱਲ ਫਿਰ ਜਨਰਲ ਕੈਟਾਗਰੀ ਦੇ ਉੱਤੇ ਲੈ ਆਏ ਹੋ। ਇਹ ਇੱਕ ਮੁੱਦਾ ਬਹੁਤ ਵੱਡਾ ਬਣੂਗਾ। ਸੋ ਜੰਗ ਅਸਲ ਦੇ ਵਿੱਚ ਉਦੋਂ ਲੱਗਣੀ ਜੇਕਰ ਸਿੱਧੂ ਨੂੰ ਨਾ ਸੀਐਮ ਕੈਂਡੀਡੇਟ ਬਣਾਇਆ, ਤੇ ਜੇ ਸਿੱਧੂ ਹੋਰਾਂ ਨੂੰ ਬਣਾਤਾ ਫਿਰ ਰੰਧਾਵਾ ਹੋਰੀ, ਚੰਨੀ ਹੋਰੀ ਤੇ ਬਾਕੀ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਬਹੁਤ ਵਿਰੋਧਤਾ ਕੀਤੀ ਜਾਊਗੀ। ਸੋ ਕਾਂਗਰਸ ਦੇ ਵਿੱਚ ਸਭ ਕੁਝ ਚੰਗਾ ਪ੍ਰਤੀਤ ਹੁੰਦਾ ਨਹੀਂ। ਉਧਰੋਂ ਕਾਂਗਰਸ ਨੂੰ ਖੋਰਾ ਲਾਉਣ ਦੇ ਲਈ ਪੰਜਾਬ ਵਿਕਾਸ ਪਾਰਟੀ ਤੇ ਹੋਰ ਕਈ ਸਿਆਸੀ ਧੜੇ ਆਉਣਗੇ। ਸੋ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਮਸਲੇ ਤਾਂ ਪਤਾ ਨਹੀਂ ਕਿਹੜੇ ਹੱਲ ਹੋਣਗੇ, ਪਰ ਕਾਂਗਰਸ ਦੇ ਮਸਲੇ ਹੋਰ ਵਿਗੜਨ ਦੇ ਆਸਾਰ ਨਜ਼ਰ ਆ ਰਹੇ ਆ। ਨਵੇਂ ਬਣੇ ਪੰਜਾਬ ਦੇ ਮੰਤਰੀਆਂ ਦੇ ਵਿੱਚੋਂ ਕੁਝ ਇੱਕ ਕਾਫੀ ਸਰਗਰਮ ਆ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਬਾਕੀ ਸਾਰੇ ਮੰਤਰੀ ਵੀ ਜਿਵੇਂ ਕਿ ਰਾਜਾ ਵੜਿੰਗ ਹੋਰੀ ਸਰਗਰਮੀ ਦਿਖਾ ਰਹੇ ਆ, ਉਹ ਵੀ ਸਰਗਰਮ ਹੋਣ ਜਿਹੜੇ ਬਾਕੀ ਸਾਰੇ ਦੇ ਸਾਰੇ ਆ। ਪਰ ਵਕਤ ਦੱਸੂਗਾ ਕੌਣ ਕਿੰਨਾ ਕੁ ਸਰਗਰਮ ਰਹਿੰਦਾ। ਰਾਜਾ ਵੜਿੰਗ ਹੋਰਾਂ ਨੇ ਇੱਕ ਤਾਂ ਐਲਾਨ ਕੀਤਾ ਜਿਹੜਾ ਮੈਨੂੰ ਜ਼ਾਤੀ ਤੌਰ ਤੇ ਚੰਗਾ ਲੱਗਾ। ਹਾਲਾਂਕਿ ਵੜਿੰਗ ਹੋਰਾਂ ਦੇ ਨਾਲ ਵੀ ਕਈ ਕਿਸਮ ਦੇ ਵਿਵਾਦ ਜੁੜਦੇ, ਪਰ ਜੋ ਚੰਗੀ ਗੱਲ ਆ ਹਾਲ ਦੀ ਘੜੀ, ਕੱਲ੍ਹ ਦਾ ਕੋਈ ਪਤਾ ਨਹੀਂ, ਉਹਦੀ ਚੰਗੀ ਰਾਏ ਵੀ ਹੋਣੀ ਚਾਹੀਦੀ ਹੈ ਤੇ ਉਹਨੂੰ ਸਲਾਉਣਾ ਵੀ ਚਾਹੀਦਾ। ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬਠਿੰਡੇ ਦੇ ਵਿੱਚ ਔਰਬਿਟ ਕੰਪਨੀ ਦਾ ਦਫ਼ਤਰ ਆ ਉਹ ਬੰਦ ਕਰਾਇਆ। ਉਹਨਾਂ ਨੇ ਜਿਵੇਂ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਵੀ ਬੱਸ ਅੱਡੇ ਦੇ ਵਿੱਚ ਨਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕਰਾਂਗੇ। ਤੇ ਇੱਕ ਬੜੀ ਮਹੱਤਵਪੂਰਨ ਗੱਲ ਉਹਨਾਂ ਨੇ ਕਹੀ ਹੈ ਕਿ ਜੇਕਰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਟਾਈਮ ਟੇਬਲ ਦੇ ਵਿੱਚ ਕੋਈ ਅੰਤਰ ਹੋਇਆ ਤਾਂ ਬਖਸ਼ਾਂਗੇ ਨਹੀਂ ਇਸ ਗੱਲ ਦੇ ਉੱਤੇ। ਪਰ ਰਾਜਾ ਵੜਿੰਗ ਹੋਰਾਂ ਨੂੰ ਵੀ ਇੱਕ ਬੇਨਤੀ ਹੈ, ਉਹਨਾਂ ਦੇ ਇਲਾਕੇ ਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਬੱਸ ਕੰਪਨੀਆਂ ਜਿਹੜੀਆਂ ਕਿ ਧੱਕੇ ਨਾਲ ਚੱਲਦੀਆਂ, ਪਰਮਿਟ ਇੱਕ ਬੱਸ ਦਾ ਚੱਲਦੀਆਂ ਕਈ ਕੀ ਹੈ ਦਰਜਨ ਵੀ ਕਈ ਵਾਰ ਬੱਸਾਂ ਚੱਲਦੀਆਂ ਇੱਕ ਪਰਮਿਟ ਦੇ ਉੱਤੇ। ਉਹ ਅਕਾਲੀਆਂ ਦੀਆਂ ਵੀ ਆ, ਉਹ ਕਾਂਗਰਸੀਆਂ ਦੀ ਵੀ ਆ। ਸੋ ਇਸ ਕਰਕੇ ਉਹਨਾਂ ਬੱਸਾਂ ਦੇ ਉੱਤੇ ਵੀ, ਉਹਨਾਂ ਕੰਪਨੀਆਂ ਦੇ ਉੱਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਰਾਜਾ ਵੜਿੰਗ ਹੋਰਾਂ ਨੇ ਨਿਰਪੱਖ ਤੇ ਪਾਰਦਰਸ਼ੀ ਕਾਰਵਾਈ ਦੀ ਗੱਲ ਕਰਨੀ ਹੈ ਤਾਂ। ਆਸ ਆ ਵੀ ਸ਼ਾਇਦ ਉਹ ਇਹ ਵੀ ਕਾਰਵਾਈ ਕਰਨਗੇ। ਕੱਲ੍ਹ ਰਾਜਾ ਵੜਿੰਗ ਹੋਰੀ ਸਰਕਾਰੀ ਬੱਸ ਦੇ ਵਿੱਚ ਗਏ, ਉਹਨਾਂ ਨੇ ਸਫ਼ਰ ਕੀਤਾ ਪੀਆਰਟੀਸੀ ਦੀ ਬੱਸ ਦੇ ਵਿੱਚ ਖੜੇ ਹੋ ਕੇ ਕੀਤਾ। ਪਰਸੋਂ ਉਹਨਾਂ ਨੇ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਵਿੱਚ ਸਫ਼ਰ ਕੀਤਾ। ਪਹਿਲੀ ਵਾਰ ਮੈਂ ਦੇਖਿਆ ਵੀ ਕਿਸੇ ਨਿੱਜੀ ਬੱਸ ਦੇ ਵਿੱਚ ਹਰੇ ਰੰਗ ਦਾ ਕਾਰਪੇਟ ਵਿਛਾਇਆ ਹੋਵੇ। ਅਸੀਂ ਤਾਂ ਕਦੇ ਵੇਖਿਆ ਨਹੀਂ, ਪਰ ਕਿਉਂਕਿ ਮੰਤਰੀ ਸਾਹਿਬ ਹੈ ਇਸ ਕਰਕੇ ਬੱਸ ਵਾਲਿਆਂ ਨੇ ਵਿਛਾਤਾ ਹੋਣਾ ਭਾਈ। ਪਰ ਰੋਡਵੇਜ਼ ਦੀ ਬੱਸ ਦੇ ਵਿੱਚ ਉਹਨਾਂ ਨੇ ਸਫ਼ਰ ਕਰਕੇ ਗੱਲ ਕਹੀ ਆ ਵੀ ਆਪ ਹੀ ਆਪਾਂ ਬੱਸ ਦੀ ਸਫਾਈ ਵੀ ਕਰੀਏ, ਮਾੜੀ ਮੋਟੀ ਟਾਕੀ ਟੂਕੀ ਸੀਟ ਦੇ ਉੱਤੇ ਵੀ ਚਾਹੀਦਾ ਕਿ ਬੱਸ ਦੇ ਪ੍ਰਬੰਧਕਾਂ ਨੂੰ ਮਾਰਨੀ ਚਾਹੀਦੀ ਹੈ। ਸਫਾਈ ਸੇਵਕਾਂ ਨੂੰ ਚਾਹੀਦਾ ਜੀ ਕਿ ਬੱਸ ਦੇ ਵਿੱਚੋਂ ਮੂੰਗਫਲੀ ਦੀ ਛਿਲੜ ਵੀ ਬਾਹਰ ਕੱਢੋ, ਗੰਦ ਗੁੰਦ ਇੱਥੇ ਘੱਟ ਪਾਇਆ ਕਰਗੇ। ਸੋ ਬੜੀ ਚੰਗੀ ਗੱਲ ਆ, ਉਹ ਸਰਗਰਮੀ ਆਪਣੀ ਫੜੀ ਰੱਖਣ। ਤੇ ਜਿਹੜੇ ਇਸ ਵਕਤ ਜਗਾੜੂ ਤੇ ਜਿਹੜੇ ਇਸ ਵਕਤ ਧੜਵੈਲ ਮਰਜ਼ੀ ਮੁਤਾਬਕ ਬੱਸਾਂ ਚਲਾਉਂਦੇ ਆ, ਉਹਨਾਂ ਨੂੰ ਮਾੜੀ ਮੋਟੀ ਨੱਥ ਵੀ ਪਾਈ ਜਾਵੇ। ਤੇ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦਾ ਟਰਾਂਸਪੋਰਟ ਮੰਤਰੀ ਬਣਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਸ਼ਨ ਮੂਡ ਦੇ ਵਿੱਚ ਨੇ। ਕਦੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਨੇ ਤੇ ਕਦੇ ਉਹਨਾਂ ਦੇ ਆਦੇਸ਼ਾਂ ਤੇ ਬਠਿੰਡਾ ਦੇ ਬੱਸ ਅੱਡੇ ਵਿੱਚ ਪੁਰਾਣੀ ਅਕਾਲੀ ਸਰਕਾਰ ਦੀ ਆਪਣੀ ਕੰਪਨੀ ਔਰਬਿਟ ਦਾ ਦਫ਼ਤਰ ਵੀ ਇੱਥੋਂ ਪੁੱਟ ਦਿੱਤਾ ਗਿਆ। ਪੀਆਰਟੀਸੀ ਦੇ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਵੱਲੋਂ ਸਖਤ ਨਿਰਦੇਸ਼ ਨੇ ਕਿ ਬੱਸ ਅੱਡੇ ਦੀ ਜਗ੍ਹਾ ਤੇ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ, ਜਿਸ ਦੇ ਚੱਲਦਿਆਂ ਪੁਰਾਣੀ ਅਕਾਲੀ ਸਰਕਾਰ ਦੀ ਨਿੱਜੀ ਕੰਪਨੀ ਔਰਬਿਟ ਦਾ ਦਫ਼ਤਰ ਵੀ ਰਾਤੋਂ ਰਾਤ ਅਧਿਕਾਰੀਆਂ ਨੇ ਉੱਥੋਂ ਚੁੱਕ ਦਿੱਤਾ। ਗੱਲਬਾਤ ਕਰਦਿਆਂ ਉੱਥੋਂ ਦੇ ਯਾਨੀ ਕਿ ਬਠਿੰਡਾ ਦੇ ਗੁਰਜੰਟ ਸਿੰਘ ਚੀਫ ਇੰਸਪੈਕਟਰ ਪੀਆਰਟੀਸੀ ਨੇ ਕਿਹਾ ਕਿ ਜਿੰਨੇ ਵੀ ਸਰਕਾਰੀ ਕਬਜ਼ੇ ਸਨ ਉਹ ਬੱਸ ਅੱਡੇ ਵਿੱਚੋਂ ਹਟਾ ਦਿੱਤੇ ਗਏ ਨੇ। ਪੁਰਾਣੀ ਅਕਾਲੀ ਸਰਕਾਰ ਦੀ ਕੰਪਨੀ ਔਰਬਿਟ ਦਾ ਵੀ ਇੱਕ ਦਫ਼ਤਰ ਸੀ ਜੋ ਰਾਤ ਦੇ ਸਮੇਂ ਹਟਾ ਦਿੱਤਾ ਗਿਆ। ਅਸੀਂ ਬੱਸ ਅੱਡੇ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਖਾਸ ਖਿਆਲ ਕਰ ਰਹੇ ਹਾਂ। ਇਸ ਖਬਰ 'ਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ 4.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਨੂੰ, ਤੇ ਕੀ ਪੀਆਰਟੀਸੀ ਜਾਂ ਕੋਈ ਵੀ ਹੋਰ ਡਿਪੂ ਹੋਵੇ ਤੇ ਉਹਨਾਂ ਦੇ ਚੇਅਰਮੈਨਾਂ ਨੂੰ ਤੇ ਉਹਨਾਂ ਦੇ ਮੈਨੇਜਰਾਂ ਨੂੰ ਇਸ ਗੱਲ ਦਾ ਖਿਆਲ ਨਹੀਂ ਸੀ ਵੀ ਭਾਈ ਅਸੀਂ ਇੱਥੇ ਨਜਾਇਜ਼ ਕਬਜ਼ੇ ਹੋਣ ਹੀ ਨਹੀਂ ਦੇਣੇ। ਪਿਛਲੀ ਸਰਕਾਰ ਦੇ ਮੌਕੇ ਤਾਂ ਚਲੋ ਸੀ, ਤੇ ਹੁਣ ਵਾਲੀ ਸਰਕਾਰ ਨੇ ਕਿਹੜੀ ਗੱਲੋਂ ਨਹੀਂ ਸੀ ਚੱਕੇ। ਸਵਾਲ ਤਾਂ ਇਹ ਆ, ਅੱਜ ਉਹ ਗੱਲ ਕਹਿੰਦੇ ਵੀ ਰਾਤੋਂ ਰਾਤ ਅਸੀਂ ਜਿਹੜੇ ਦਫ਼ਤਰ ਚੁਕਵਾਤੇ, ਤੇ ਫਿਰ ਇਸ ਤੋਂ ਪਹਿਲਾਂ ਕਿਉਂ ਨਹੀਂ ਚੁਕਵਾਇਆ ਗਿਆ? ਕੀ ਜਿੰਨਾ ਚਿਰ ਘੁਰਕੀ ਨਹੀਂ ਵੱਜਦੀ ਉਨੀ ਦੇਰ ਤੱਕ ਆਪਾਂ ਇੱਦਾਂ ਹੀ ਰੱਖਣਾ? ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਅਸੀਂ ਬੱਸਾਂ ਦੇ ਅੱਡਿਆਂ ਦੀ ਹੁਣ ਸਾਫ਼ ਸਫਾਈ ਵੱਲ ਖਿਆਲ ਕਰ ਰਹੇ ਹਾਂ। ਪੰਜਾਬ ਦਾ ਕੋਈ ਵੀ ਬੱਸ ਅੱਡਾ ਦੇਖ ਲਓ, ਜਿੰਨੀਆਂ ਸਵਾਰੀਆਂ ਉਹਨੇ ਉੱਥੇ ਕੁੱਤੇ ਤੇ ਹੋਰ ਪਸ਼ੂ ਫਿਰਦੇ ਹੁੰਦੇ ਆ। ਸੋ ਇਹ ਕਿਹੜੇ ਕਾਰਨਾਂ ਜਿਹਦੇ ਕਰਕੇ ਖਿਆਲ ਹੀ ਕੋਈ ਨਹੀਂ? ਜਿੰਨਾ ਗੰਦ ਸਾਰੇ ਜਹਾਨ ਦਾ ਉੱਥੇ ਪਿਆ ਹੁੰਦਾ, ਝਾੜੂ ਦੁਪਹਿਰ ਦੇ ਵੇਲੇ ਉੱਥੇ ਵੱਜਦਾ, ਸਵਾਰੀਆਂ ਦੇ ਸਿਰ ਦੇ ਵਿੱਚ ਮੁਫਤ ਦੇ ਵਿੱਚ ਹੀ ਮੇਕਅਪ ਹੋਈ ਜਾਂਦਾ, ਉਹਨਾਂ ਦੇ ਸਿਰ ਦੇ ਵਿੱਚ ਮਿੱਟੀ ਪਈ ਜਾਂਦੀ ਹੈ। ਸੋ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਬੱਸ ਅੱਡਿਆਂ ਦੇ ਵਿੱਚ ਚੱਲਦਾ ਕੀ ਆ। ਕਾਂਬੂ 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 ਉੱਥੇ ਚੱਲਦੀ ਆ, ਪਰਲੋਂ ਆਈ ਹੁੰਦੀ, ਜਿਵੇਂ ਇਸ ਤਰੀਕੇ ਦੇ ਹਾਲਾਤ ਬਣੇ ਹੁੰਦੇ ਆ। ਕੁਛ ਸੁਣਦਾ ਨਹੀਂ, ਕੋਈ ਸਫਾਈ ਨਹੀਂ, ਗੰਦ ਪਿਆ ਹੋਇਆ। ਸੋ ਇਹਨਾਂ ਗੱਲਾਂ ਦੇ ਵੱਲ ਵੈਸੇ ਵੀ ਖਿਆਲ ਕਰਨਾ ਚਾਹੀਦਾ। ਜੇਕਰ ਸੰਬੰਧਿਤ ਮੰਤਰੀ ਵੱਲੋਂ ਘੁਰਕੀ ਨਾ ਮਾਰੀ ਜਾਵੇ ਤਾਂ ਲੋਕ ਪੈਸੇ ਦਿੰਦੇ ਆ,
ਲੋਕਾਂ ਦੇ ਪੈਸਿਆਂ ਨਾਲ ਬੱਸ ਅੱਡੇ ਬਣੇ ਆ, ਲੋਕ ਸਫ਼ਰ ਕਰਨ ਦੇ ਲਈ ਆਪਦੀਆਂ ਜੇਬਾਂ ਵਿਹਲੀਆਂ ਕਰਦੇ ਆ। ਚੌਥੇ ਕੁ ਮਹੀਨੇ ਤੁਸੀਂ ਬੱਸਾਂ ਦੇ ਭਾੜੇ ਵਿੱਚ ਵਾਧਾ ਕਰ ਦਿੰਦੇ ਆ ਤੇ ਫਿਰ ਵੀ ਗੰਦ ਬੱਸਾਂ ਦੇ ਵਿੱਚ ਵੀ ਤੇ ਗੰਦ ਬੱਸ ਅੱਡਿਆਂ ਦੇ ਵਿੱਚ ਵੀ, ਉੱਥੇ ਹੀ ਕੁੱਤੇ ਤੇ ਉੱਥੇ ਹੀ ਬੰਦੇ, ਸਾਰਾ ਕੁਝ ਚੱਲੀ ਜਾਂਦਾ। ਸੋ ਮਾੜਾ ਮੋਟਾ ਖਿਆਲ ਇਹਦੇ ਵੱਲ ਕਰਨਾ ਚਾਹੀਦਾ, ਆਪਦੀ ਜ਼ਿੰਮੇਵਾਰੀ ਨੂੰ ਸਮਝ ਕੇ ਵੀ। ਸਾਰੇ ਮੰਤਰੀ ਚੰਗਾ ਕੰਮ ਕਰਨ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।